सतगुर करे हर पहै बेनती। मेरी पैज रखो अरदास जियो। हर पाणा गुर पाया। गुर जावै हर प्रभ पास जियो। सतगुर करे हर पहै बेनती। मेरी पैज रखो अरदास जियो। पैज राखो हर जन केरी। हर देहु नाम निरंजनो। अंत चलदियां होए बेली। जामदूत काल निखंजनो। सतगुरु की बेनती पाई। हर प्रभ सुनी अरदास जियो। हर धार किरपा सतगुर मिलाया। धन धन कहे शाबाश जियो। सतगुरु की बेनती पाई। हर प्रभ सुनी अरदास जियो। हर धार किरपा सतगुर मिलाया। धन धन कहे शाबाश जियो। वाहिगुरु जी का खालसा वाहिगुरु जी की फतेह। धन धन गुरु ग्रंथ साहिब सच्चे पातशाह सतगुरु जी दे गुरु सवारे सत संगी जनो अकाल पुरख वाहिगुरु जी ने अपार बख्शिश किरपा कीती है। सतगुरां दी पावन बाणी नाल सांझ बनाउण दा ਇਹ ਸੁਭਾਗ ਸਮਾਂ ਅਕਾਲ ਪੁਰਖ ਜੀ ਦੀ ਰਹਿਮਤ ਸਦਕਾ ਆਪਾਂ ਸਭਨਾਂ ਨੂੰ ਪ੍ਰਾਪਤ ਹੋਇਆ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਵਿੱਚੋਂ ਜਿਸ ਪਾਵਨ ਬਾਣੀ ਦੀ ਆਪਾਂ ਵਿਚਾਰ ਕਰਨ ਦਾ ਯਤਨ ਕਰ ਰਹੇ ਹਾਂ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪੰਨਾ ਨੰਬਰ 923 ਉੱਤੇ ਅਤੇ 24 ਉੱਤੇ ਤਕਰੀਬਨ 6 ਕੁ ਬੰਦ ਦੀ ਇਹ ਸੰਖੇਪ ਜਿਹੀ ਬਾਣੀ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਪੜਪੋਤੇ ਬਾਬਾ ਸੁੰਦਰ ਜੀ ਦੀ ਸੰਪਾਦਿਤ ਕੀਤੀ ਹੋਈ ਹੈ। ਵਿਚਾਰ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਜੋ ਉਪਦੇਸ਼ ਬਖਸ਼ਿਸ਼ ਕੀਤਾ, ਉਹਨਾਂ ਨੂੰ ਹਵਾਲੇ ਸਹਿਤ ਬਾਬਾ ਸੁੰਦਰ ਜੀ ਨੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ ਦੀ ਅਦੁੱਤੀ ਸ਼ਖਸੀਅਤ ਦਾ ਜ਼ਿਕਰ ਕਰਕੇ ਉਹਨਾਂ ਦੇ ਦਿੱਤੇ ਹੋਏ ਉਪਦੇਸ਼ ਨੂੰ ਕਲਮਬੰਦ ਕਰਕੇ ਇਸ ਪਾਵਨ ਬਾਣੀ ਦੀ ਰਚਨਾ ਕੀਤੀ, ਜਿਸ ਨੂੰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਪੋਥੀ ਸਾਹਿਬ ਬਾਕੀ ਸਾਰੀ ਸਮੁੱਚੀ ਬਾਣੀ ਦੇ ਨਾਲ ਦਰਜ ਕੀਤਾ ਔਰ ਅਸੀਂ ਇਸ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਪੜ੍ਹਦੇ ਹਾਂ। ਇਸ ਦਾ ਜੋ ਵਿਸ਼ਾ ਹੈ, ਜੋ ਟੌਪਿਕ ਹੈ, ਜਿਸ ਚੀਜ਼ ਬਾਰੇ ਗੱਲ ਇਸ ਪਾਵਨ ਬਾਣੀ ਦੇ ਰਾਹੀਂ ਹੋ ਰਹੀ ਹੈ, ਉਹ ਹੈ ਅਕਾਲ ਪੁਰਖ ਪ੍ਰਭੂ ਦਾ ਹੁਕਮ, ਭਾਣਾ ਤੇ ਰਜ਼ਾ। ਜੇ ਥੋੜਾ ਜਿਹਾ ਅਸੀਂ ਗੌਰ ਨਾਲ ਵੇਖੀਏ, ਮਨੁੱਖ ਨੂੰ ਜੇ ਆਪਣੇ ਜੀਵਨ ਵਿੱਚੋਂ ਇਹ ਚੀਜ਼ ਮਹਿਸੂਸ ਹੋ ਸਕੇ
ਕਿ ਅਕਾਲ ਪੁਰਖ ਦਾ ਹੁਕਮ, ਉਹਦੀ ਰਜ਼ਾ, ਉਹਦਾ ਭਾਣਾ ਹਰ ਵਕਤ, ਹਰ ਘੜੀ ਤੇ ਹਰ ਪਲ ਸਾਨੂੰ ਉਸ ਪਰਮ ਸੱਤਾ ਵਾਲੇ ਪਾਸੇ ਪ੍ਰੇਰਣਾ ਕਰ ਰਿਹਾ ਹੈ। ਪਰ ਇਸ ਨੂੰ ਕਈ ਸ਼ਬਦਾਂ ਦੇ ਨਾਲ ਬਾਣੀ ਦੇ ਵਿੱਚ ਯਾਦ ਕੀਤਾ ਗਿਆ। ਇਹਨੂੰ ਭਾਣਾ ਵੀ ਕਿਹਾ, ਇਹਨੂੰ ਰਜ਼ਾ ਵੀ ਕਿਹਾ, ਇਹਨੂੰ ਹੁਕਮ ਵੀ ਕਿਹਾ, ਇਹਨੂੰ ਧਰਮ ਵੀ ਕਿਹਾ। ਸਤਿਗੁਰੂ ਸੱਚੇ ਪਾਤਸ਼ਾਹ ਨੇ ਵੱਖ-ਵੱਖ ਸ਼ਬਦਾਂ ਦੇ ਨਾਲ ਗੱਲ ਇੱਕੇ ਹੀ ਕੁਦਰਤੀ ਨਿਜ਼ਾਮ ਦੀ ਕੀਤੀ ਹੈ। ਗੁਰੂ ਨਾਨਕ ਮਹਾਰਾਜ ਪਾਤਸ਼ਾਹ ਜਪਜੀ ਸਾਹਿਬ ਜੀ ਦੀ ਮੁਬਾਰਕ ਬਾਣੀ ਵਿੱਚ ਇਉਂ ਕਹਿ ਲਈਏ, ਸਮੁੱਚੀ ਬਾਣੀ ਦੇ ਅੰਦਰ ਜਿਹੜਾ ਮੇਨ ਮੁੱਖ ਪੱਖ ਸਤਿਗੁਰੂ ਜੀ ਨੇ ਸਾਹਮਣੇ ਰੱਖਿਆ ਉਹ ਹੈ ਹੁਕਮ। ਕਿਮ ਸਚਿਆਰਾ ਹੋਈਐ, ਕਿਮ ਕੂੜੈ ਟੁੱਟੈ ਪਾੜ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਬਾਣੀ ਦਾ ਇਹ ਕਥਨ ਹੈ ਕਿ ਸਾਰਾ ਸੰਸਾਰ, ਸਮੁੱਚਾ ਬ੍ਰਹਿਮੰਡ, ਸਾਰੀ ਰਚਨਾ ਹੁਕਮ ਵਿੱਚ ਹੋਈ, ਹੁਕਮ 'ਚ ਚੱਲ ਰਹੀ ਹੈ। ਹੁਕਮ ਵਿੱਚ ਹੀ ਉਪਜਦਾ, ਬਿਨਸਦਾ, ਢਹਿੰਦਾ, ਬਣਦਾ, ਜੋ ਵੀ ਕੁਝ ਹੋ ਰਿਹਾ ਹੈ ਉਹਦੀ ਰਜ਼ਾ ਤੇ ਹੁਕਮ ਦੇ ਵਿੱਚ ਹੈ। ਅਸੀਂ ਆਪਣੀ ਬੁੱਧ ਦੇ ਨਾਲ ਇਸ ਹੁਕਮ ਨੂੰ ਜਾਣ ਸਕਦੇ ਹਾਂ, ਇਸ ਮੁਤਾਬਕ ਜੀਣ ਦਾ ਅਹਿਸਾਸ ਪੈਦਾ ਕਰ ਸਕਦੇ ਹਾਂ। ਜਿੰਨੀ ਜਿੰਨੀ ਕਿਸੇ ਦੀ ਸਮਰੱਥਾ ਹੈ ਉਹ ਹੁਕਮ ਨੂੰ ਜਾਣ ਸਕਦਾ ਹੈ ਗੁਰੂ ਦੇ ਸ਼ਬਦ ਰਾਹੀਂ। ਪਰ ਗੁਰੂ ਪਾਤਸ਼ਾਹ ਜੀ ਨੇ ਇਹ ਵੀ ਬਾਣੀ ਦੇ ਵਿੱਚ ਗੱਲ ਕਹੀ ਹੈ ਵੀ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਏ। ਇਹਨੂੰ ਤੁਸੀਂ ਐਕਸਪਲੇਨ ਨਹੀਂ ਕਰ ਸਕਦੇ। ਜੇ ਕੋਈ ਬੰਦਾ ਇਹ ਗੱਲ ਕਹੇ ਵੀ ਮੈਂ ਆਪਣੀ ਬੁੱਧ ਨਾਲ ਸ਼ਬਦਾਂ ਦੇ ਰਾਹੀਂ ਇਸ ਚੀਜ਼ ਦਾ ਬਿਆਨ ਕਰ ਸਕਦਾ, ਇਹਨੂੰ ਕਹਿ ਸਕਦਾ, ਕਥਨ ਵਿੱਚ ਲਿਆ ਸਕਦਾ, ਤਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਉਹ ਨਹੀਂ ਹੋ ਸਕਦਾ। ਬਿਆਨ ਅਸੀਂ ਓਨਾ ਹੀ ਕਰਦੇ ਹਾਂ ਜਿੰਨਾ ਕੁ ਸਾਡਾ ਆਪਣਾ ਦਿਮਾਗੀ ਪੱਧਰ ਹੁੰਦਾ ਹੈ, ਜਿੰਨਾ ਕੁ ਸਾਡੀ ਬੁੱਧੀ ਦਾ ਦਾਇਰਾ ਹੈ। ਉਸ ਮੁਤਾਬਕ ਅਸੀਂ ਕਿਸੇ ਚੀਜ਼ ਨੂੰ ਐਕਸਪਲੇਨ ਕਰਦੇ ਹਾਂ, ਬਿਆਨ ਕਰਦੇ ਹਾਂ, ਉਸ ਬਾਰੇ ਕੁਝ ਨਾ ਕੁਝ ਦੂਸਰੇ ਨਾਲ ਗੱਲ ਸਾਂਝੀ ਕਰਦੇ ਹਾਂ। ਪਰ ਇਹ ਵੀ ਤਾਂ ਹੈ ਵੀ ਜੋ ਅਸੀਂ ਨਹੀਂ ਅਜੇ ਸਮਝ ਪਾਇਆ ਉਹ ਸਾਡੇ ਸਮਝੇ ਹੋਏ ਤੋਂ ਕਿਤੇ ਜ਼ਿਆਦਾ ਹੁੰਦਾ ਹੈ। ਪਰ ਸਾਨੂੰ ਬਹੁਤੀ ਵਾਰ ਇਹੀ ਭਰਮ ਹੁੰਦਾ ਹੈ ਵੀ ਜੋ ਮੈਨੂੰ ਪਤਾ ਹੈ, ਜਿੰਨਾ ਕੁ ਮੈਨੂੰ ਜਾਣਕਾਰੀ ਹੈ ਕਿਸੇ ਚੀਜ਼ ਦੀ, ਉਹੀ ਅਖੀਰ ਹੈ, ਉਹੀ ਸਭ ਕੁਝ ਹੈ, ਉਸ ਤੋਂ ਅੱਗੇ ਕੱਖ ਨਹੀਂ। ਪਰ ਗੁਰੂ ਨਾਨਕ ਮਹਾਰਾਜ ਜੀ ਦਾ ਕਹਿਣਾ ਹੈ ਕਿ ਜਦੋਂ ਅਸੀਂ ਕੁਦਰਤ ਬਾਰੇ ਕੋਈ ਗੱਲ ਕਰਦੇ ਹਾਂ, ਜਦੋਂ ਅਸੀਂ ਕਾਦਰ ਬਾਰੇ ਕੋਈ ਗੱਲ ਕਰਦੇ ਹਾਂ, ਤੇ ਸਾਡੀ ਕਹੀ ਹੋਈ ਕੋਈ ਵੀ ਗੱਲ ਅਖੀਰ ਨਹੀਂ ਹੁੰਦੀ। ਇਹ ਤਾਂ ਉਵੇਂ ਹੈ ਵੀ ਜਿਵੇਂ ਅਸੀਂ ਸਮੁੰਦਰ ਦੇ ਵਿੱਚੋਂ ਪਾਣੀ ਦਾ ਇੱਕ ਘੁੱਟ ਭਰ ਲਈਏ, ਪਾਣੀ ਦਾ ਇੱਕ ਨਿੱਕਾ ਜਿਹਾ ਬਰਤਨ ਲੈ ਲਈਏ। ਹੁਣ ਉਹੋ ਹੀ ਪਾਣੀ ਸਾਡੇ ਪਿਆਲੇ ਵਿੱਚ, ਬਰਤਨ ਵਿੱਚ ਵੀ ਹੈ, ਤੇ ਉਹੋ ਹੀ ਪਾਣੀ ਸਾਰੇ ਸਮੁੰਦਰ ਦੇ ਵਿੱਚ ਹੈ। ਪਰ ਇਸ ਦਾ ਇਹ ਭਾਵ ਨਹੀਂ ਵੀ ਸਾਡੇ ਪਿਆਲੇ ਵਿੱਚ ਜਿੰਨਾ ਪਾਣੀ ਉਸ ਤੋਂ ਬਾਹਰ ਪਾਣੀ ਹੀ ਹੈ ਨਹੀਂ, ਜਾਂ ਅਸੀਂ ਸਾਰਾ ਸਮੁੰਦਰ ਉਸ ਪਿਆਲੇ 'ਚ ਪਾ ਲਿਆ। ਨਹੀਂ, ਉਸ ਤੋਂ ਬਾਹਰ ਜੋ ਹੈ ਉਹ ਤਾਂ ਬਹੁਤ ਹੈ। ਜਿੰਨਾ ਕੁ ਉਸ ਦਾ ਪਿਆਲੇ ਦਾ ਆਪਣਾ ਦਾਇਰਾ ਹੈ, ਜਿੰਨੀ ਕੁ ਉਹਦੀ ਹੱਦ ਹੈ, ਜਿੰਨੀ ਕੁ ਉਹਦੀ ਆਪਣੀ ਪਾਇਆ, ਓਨਾ ਕੀ ਉਹਦੇ ਵਿੱਚ ਪੈ ਸਕਦਾ ਹੈ। ਇਸੇ ਤਰ੍ਹਾਂ ਜਿੰਨੀ ਸਾਡੀ ਸਮਝਣ ਦੀ ਸਮਰੱਥਾ ਹੈ ਅਸੀਂ ਓਨਾ ਹੀ ਸਮਝ ਸਕਦੇ ਹਾਂ, ਤੇ ਜੋ ਅਸੀਂ ਅਜੇ ਨਹੀਂ ਆਪਣੀ ਬੁੱਧੀ ਦੇ ਪਿਆਲੇ ਭਾਂਡੇ ਵਿੱਚ ਪਾਇਆ ਉਹ ਬਹੁਤ ਹੁੰਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਇਸ ਨੂੰ ਬੜੇ ਸੁੰਦਰ ਸ਼ਬਦਾਂ ਵਿੱਚ ਕਹਿੰਦੇ ਨੇ, ਕੋਟ ਕੋਟੀ ਮੇਰੀ ਆਰਜਾ ਪਵਨ ਪੀਣ ਅਪਿਆਓ। ਕਹਿੰਦੇ ਜੇ ਕਰੋੜਾਂ ਸਾਲਾਂ ਦੀ ਉਮਰ ਹੋ ਜਾਣ, ਤੁਸੀਂ ਅੰਦਾਜ਼ਾ ਲਾਓ, ਅਸੀਂ ਕਿਸੇ ਜਿਸ ਬੰਦੇ ਨੇ ਕੋਈ 4, 10, 20, 25, 30 ਜਿੰਨੇ ਵੀ ਵੱਧ ਤੋਂ ਵੱਧ ਸਾਲ ਕਿਸੇ ਚੀਜ਼ ਨੂੰ ਸਟੱਡੀ ਕੀਤਾ ਹੋਵੇ, ਅਸੀਂ ਉਸ ਬੰਦੇ ਕੋਲ ਬੈਠਣਾ ਜ਼ਿਆਦਾ ਪਸੰਦ ਕਰਦੇ ਹਾਂ ਵੀ ਇਹਨੂੰ ਤਜਰਬਾ ਹੈ, ਇਹਨੇ ਕੁਝ ਹਾਸਲ ਕੀਤਾ, ਇੰਨਾ ਸਮਾਂ ਲਾ ਕੇ, ਇਹਦੇ ਕੋਲ ਬਾਕੀਆਂ ਨਾਲੋਂ ਕੁਝ ਵੱਧ ਗਿਆਨ ਹੋਏਗਾ, ਇਹਦੇ ਕੋਲ ਬੈਠੋ। ਗੁਰੂ ਨਾਨਕ ਮਹਾਰਾਜ ਕਹਿੰਦੇ ਨੇ ਜੇ ਮੰਨ ਲਓ ਕਿ ਸੰਸਾਰ ਵਿੱਚ ਕੋਈ 10 ਸਾਲ 20 25 30 40 50 ਸਾਲ ਉਸਨੇ ਕੋਈ ਤਜਰਬਾ ਹਾਸਲ ਕੀਤਾ ਹੈ, ਕੋਈ ਗਿਆਨ, ਕੋਈ ਨੌਲੇਜ ਇਕੱਠੀ ਕੀਤੀ ਹੈ, ਉਸ ਬੰਦੇ ਕੋਲ ਸਾਰੇ ਬੈਠਣ ਵਾਸਤੇ ਤਿਆਰ ਹੋਣਗੇ ਵੀ ਇਹਦੇ ਕੋਲ ਤੇ ਭੰਡਾਰ ਹੈ। ਸਤਿਗੁਰੂ ਕਹਿੰਦੇ ਇੱਥੇ ਕੁਝ ਸਾਲਾਂ ਦੀ ਗੱਲ ਛੱਡੋ, ਕੁਝ ਸਾਲਾਂ 'ਚ ਵੀ ਬੰਦਾ ਇੰਨਾ ਕੁਝ ਕਮਾ ਲੈਂਦਾ ਵੀ ਉਹ ਦੂਸਰੇ ਬੰਦਿਆਂ ਦੇ ਸਾਹਮਣੇ ਬਹੁਤ ਕੁਝ ਬਿਆਨ ਕਰ ਸਕਦਾ। ਪਰ ਜ਼ਰਾ ਅੰਦਾਜ਼ਾ ਲਾ ਕੇ ਵੇਖੋ, ਜੇ ਕਰੋੜਾਂ ਸਾਲ ਦੀ ਉਮਰ ਹੋਵੇ ਕਿਸੇ ਗੱਲ ਨੂੰ ਸਮਝਣ ਵਾਸਤੇ, ਤਾਂ ਕਿੰਨਾ ਭੰਡਾਰ ਇਕੱਠਾ ਕਰ ਲਏਗਾ ਮਨੁੱਖ। ਕੋਈ 50-60 ਸਾਲਾਂ ਦੀ ਗੱਲ ਨਹੀਂ,
ਕਰੋੜਾਂ ਸਾਲ ਦੀ। ਕੋਟ ਕੋਟੀ ਮੇਰੀ ਆਰਜਾ, ਆਰਜਾ ਕਹਿੰਦੇ ਨੇ ਉਮਰ ਨੂੰ। ਮਹਾਰਾਜ ਕਹਿੰਦੇ ਕਾਦਰ ਦੀ ਕੁਦਰਤ ਨੂੰ ਜਾਣਨ ਲਈ ਤੇ ਸਮਝਣ ਲਈ ਮੇਰੇ ਕੋਲ ਕਰੋੜਾਂ ਸਾਲਾਂ ਦਾ ਸਮਾਂ ਹੋਵੇ। ਪਵਨ ਪੀਣ ਅਪਿਆਓ, ਇੰਨੇ ਲੰਮੇ ਸਮੇਂ ਦੇ ਵਿੱਚ ਜੇ ਮੇਰੇ ਕੋਲ ਖਾਣ ਪੀਣ ਪਹਿਨਣ ਦੀਆਂ ਚਿੰਤਾਵਾਂ ਵੀ ਨਾ ਹੋਣ, ਜਿਨ੍ਹਾਂ ਦੇ ਉੱਤੇ ਅਸੀਂ ਬਹੁਤਾ ਸਮਾਂ ਆਪਣੇ ਖਾਣ ਦਾ, ਆਪਣੇ ਆਪ ਨੂੰ ਪਾਲਣ ਦਾ, ਆਪਣੀਆਂ ਲੋੜਾਂ ਪੂਰੀਆਂ ਕਰਨ ਦਾ, ਤੁਸੀਂ ਦੇਖੋ 24 ਘੰਟਿਆਂ 'ਚ ਅਸੀਂ ਕਿੰਨਾ ਸਮਾਂ ਜਿਹੜਾ ਹੈ ਉਹ ਆਪਣੇ ਆਪ ਨੂੰ ਪਾਲਣ ਦੇ ਉੱਤੇ ਖਰਚ ਕਰਦੇ ਹਾਂ। ਕਈਆਂ ਬੰਦਿਆਂ ਦੇ ਅੰਦਰ ਇਹ ਭਾਵਨਾ ਹੁੰਦੀ ਹੈ ਵੀ ਅਸੀਂ ਕੁਝ ਜਾਣੀਏ, ਪਰ ਮੁਸ਼ਕਲ ਇਹ ਹੈ ਵੀ ਉਹਨਾਂ ਨੂੰ ਕਿਰਤ ਵੀ ਕਰਨੀ ਪੈਣੀ ਹੈ। ਕਿਰਤ ਨਹੀਂ ਹੋਏਗੀ ਤਾਂ ਸਾਰੇ ਗੁਜ਼ਾਰੇ ਦਾ ਕੰਮ ਰੁਕ ਜਾਏਗਾ। ਕਿੰਨਾ ਵਕਤ ਅਸੀਂ 24 ਘੰਟਿਆਂ ਦੇ ਵਿੱਚੋਂ ਮਾਨਸਿਕ ਤੌਰ ਉੱਤੇ, ਫਿਜ਼ੀਕਲੀ ਸਰੀਰਕ ਤੌਰ ਉੱਤੇ ਰੁਝੇਵਿਆਂ ਵਿੱਚ ਰਹਿੰਦੇ ਹਾਂ। ਮਹਾਰਾਜ ਕਹਿੰਦੇ ਮੰਨ ਲਓ ਇਹ ਵੀ ਰੁਝੇਵੇਂ ਨਾ ਹੋਣ, ਇੰਨੀ ਲੰਮੀ ਉਮਰ ਦੇ ਵਿੱਚ ਸਾਡੇ ਕੋਲ ਪਵਨ ਪੀਣ ਅਪਿਆਓ, ਅਸੀਂ ਹਵਾ ਦੇ ਆਸਰੇ ਦੇ ਉੱਤੇ ਜੀ ਸਕੀਏ, ਸਾਨੂੰ ਭੁੱਖ ਨਾ ਲੱਗੇ ਤੇ ਨਾ ਭੁੱਖ ਦੂਰ ਕਰਨ ਵਾਸਤੇ ਕਿਰਤ ਕਰਨੀ ਪਏ, ਨਾ ਸਾਨੂੰ ਪਹਿਨਣ ਦਾ ਫਿਕਰ ਹੋਵੇ। ਅਗਲੀ ਗੱਲ ਕਹਿੰਦੇ ਨੇ ਚੰਦ ਸੂਰਜ ਦੋਏ ਗੁਫਾ ਨਾ ਦੇਖਾਂ, ਸੁਪਨੇ ਸੌਣ ਨਾ ਥਾਂ। ਸਰੀਰ ਨੂੰ ਥਕਾਵਟ ਹੋ ਸਕਦੀ ਹੈ, ਮਾਨਸਿਕ ਥਕਾਵਟ ਹੈ, ਸਰੀਰਕ ਥਕਾਵਟ ਹੈ, ਉਸ ਨੂੰ ਅਸੀਂ ਆਪਣੇ ਆਪ ਨੂੰ ਨੋਰਮਲ ਕਰਨ ਵਾਸਤੇ ਕਿੰਨਾ ਕੁਝ ਕਰਦੇ ਹਾਂ। ਗੁਰੂ ਨਾਨਕ ਮਹਾਰਾਜ ਕਹਿੰਦੇ ਨੇ ਨੀਂਦ ਵਰਗੀ ਚੀਜ਼, ਥਕਾਵਟ ਵਰਗੀ ਚੀਜ਼ ਵੀ ਮੇਰੇ ਕੋਲ ਨਾ ਹੋਵੇ। ਯਾਨੀ ਕਿ ਇੰਨੀਆਂ ਛੋਟਾਂ ਕੁਦਰਤ ਵੱਲੋਂ ਮੈਨੂੰ ਮਿਲ ਜਾਣ, ਯਾਨੀ ਕਿ ਸਰੀਰਕ ਜੀਵਨ ਜਿਉਂਦਿਆਂ ਨਾ ਭੁੱਖ ਦੀ ਚਿੰਤਾ, ਨਾ ਭੁੱਖ ਨੂੰ ਪੂਰੀਆਂ ਕਰਨ ਲਈ ਕਿਰਤ ਦੀ ਚਿੰਤਾ, ਨਾ ਉਹਦੇ ਤੇ ਸਮਾਂ ਲੱਗੇ, ਨਾ ਹੀ ਮੈਨੂੰ ਆਪਣੇ ਆਪ ਨੂੰ ਨੋਰਮਲ ਕਰਨ ਵਾਸਤੇ ਥਕਾਵਟ, ਨੀਂਦ ਇਤਿਆਦਿਕ ਦਾ ਕੋਈ ਪ੍ਰਭਾਵ ਮੇਰੇ ਉੱਤੇ ਪਵੇ। ਪਾਤਸ਼ਾਹ ਕਹਿੰਦੇ ਨੇ ਚੰਦ ਸੂਰਜ ਦੋਏ ਗੁਫਾ ਨਾ ਦੇਖਾਂ, ਸੁਪਨੇ ਸੌਣ ਨਾ ਥਾਉ। ਹੁਣ ਇਹ ਸਾਰਾ ਕੁਝ ਮੇਰੇ ਕੋਲ ਹੋਵੇ ਵੀ ਨਾ, ਤੇ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਆਪਣੇ ਸ਼ਬਦ ਨਾਲ ਹੀ ਇਹ ਬਿਆਨ ਕਰਦੇ ਨੇ ਵੀ ਭੀ ਤੇਰੀ ਕੀਮਤ ਨਾ ਪਵੇ, ਹਉ ਕੇ ਵੱਡਿਆ ਖਾਨਾ। ਹੇ ਮੇਰੇ ਅਕਾਲ ਪੁਰਖ ਜੀ, ਮੈਂ ਤਾਂ ਵੀ ਤੇਰੀ ਕਦਰੋ ਕੀਮਤ ਬਿਆਨ ਨਹੀਂ ਕਰ ਸਕਦਾ। ਜੇ ਇੰਨੀ ਪਾਵਰ, ਇੰਨੀ ਸਮਰੱਥਾ, ਇੰਨਾ ਸਮਾਂ ਵੀ ਮੇਰੇ ਕੋਲ ਹੋਵੇ, ਤੇਰੀ ਇਸ ਵੱਡੀ ਕੁਦਰਤ ਨੂੰ ਮੈਂ ਕਿਸ ਢੰਗ ਤੇ ਕਿਸ ਰੂਪ ਵਿੱਚ ਬਿਆਨ ਕਰ ਸਕਦਾ। ਇਹ ਠੀਕ ਹੈ, ਹੁਣ ਨਾਲੋਂ ਮੈਂ ਵੱਧ ਬਿਆਨ ਕਰ ਸਕਦਾ, ਪਰ ਜੇ ਕੋਈ ਆਖੇ ਵੀ ਇੰਨੇ ਕੁ ਸਮੇਂ 'ਚ ਹੋ ਜਾਏਗਾ, ਇਹ ਸਾਰਾ ਪ੍ਰੋਜੈਕਟ ਪੂਰਾ ਹੋ ਜਾਏਗਾ, ਉਹਨੂੰ ਬਿਆਨ ਕੀਤਾ ਜਾ ਸਕਦਾ, ਕਥਿਆ ਜਾ ਸਕਦਾ, ਤਾਂ ਨਹੀਂ, ਤਾਂ ਵੀ ਮੇਰੀਆਂ ਕੁਝ ਹੱਦਬੰਦੀਆਂ ਹੋਣਗੀਆਂ, ਮੇਰੀ ਕੁਝ ਪਾਇਆ ਹੋਏਗੀ, ਉਹਨੂੰ ਮੈਂ ਉਲੰਘ ਨਹੀਂ ਸਕਦਾ। ਸਤਿਗੁਰੂ ਕਹਿੰਦੇ ਨੇ ਭੀ ਤੇਰੀ ਕੀਮਤ ਨਾ ਪਵੈ, ਹਉ ਕੇਵਡ ਆਖਾਂ ਨਾਉ, ਸਾਚਾ ਨਿਰੰਕਾਰ ਨਿਜ ਥਾਏ। ਸੁਣ ਸੁਣ ਆਖਣ ਆਖਣਾ, ਜੇ ਭਾਵੈ ਕਰੇ ਤਮਾਏ। ਐਸੇ ਬੜੀ ਵਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਐਸੇ ਪ੍ਰਮਾਣ ਵਰਤੇ ਗਏ ਨੇ ਜਿੱਥੇ ਸਤਿਗੁਰੂ ਨੇ ਇਸ ਗੱਲ ਦਾ ਜ਼ਿਕਰ ਬਾਰ-ਬਾਰ ਕੀਤਾ ਵੀ ਅੰਤ ਨਹੀਂ, ਬੇਅੰਤ ਹੈ। ਅੰਤ ਨਾ ਅੰਤਾ ਸਦਾ ਬੇਅੰਤਾ, ਕਉ ਨਾਨਕ ਊਚੋ ਊਚਾ। ਵੀ ਉਸ ਦਾ ਕੋਈ ਸਿਰਾ। ਇੱਕ ਸ਼ਬਦ ਬਾਣੀ ਦੇ ਵਿੱਚ ਆਉਂਦਾ ਪਾਰਾਵਾਰ। ਪਾਰਾਵਾਰ ਦਾ ਮਤਲਬ ਹੁੰਦਾ ਨਾ ਉਰਲਾ ਪਾਸਾ ਨਾ ਪਾਰਲਾ ਪਾਸਾ, ਯਾਨੀ ਕਿ ਤੁਹਾਡੇ ਹੱਥ ਕੋਈ ਸਿਰਾ ਲੱਗ ਹੀ ਨਹੀਂ ਰਿਹਾ, ਬਿਨਾਂ ਸਿਰੇ ਤੋਂ ਦੌੜਦੇ ਹਾਂ ਅਸੀਂ। ਕਿਸੇ ਇੱਕ ਸਿਰੇ ਨੂੰ ਫੜਨ ਦੀ ਕੋਸ਼ਿਸ਼ ਜੇ ਹੋ ਜਾਏ ਨਾ, ਤੇ ਦੂਜੇ ਸਿਰੇ ਨੂੰ ਲੱਭਣ ਵਿੱਚ ਘੱਟੋ ਘੱਟ ਮਾਪ ਹੋ ਜਾਂਦਾ ਵੀ ਮੈਂ ਇੱਥੋਂ ਤੱਕ ਪਹੁੰਚ ਗਿਆ। ਪਰ ਜਿਹੜੀ ਚੀਜ਼ ਦਾ ਕੋਈ ਸਿਰਾ ਸਾਡੇ ਹੱਥ ਵਿੱਚ ਨਹੀਂ, ਯਾਨੀ ਕਿ ਇੱਕ ਸੂਤਰ ਦਾ ਇੱਕ ਸਿਰਾ ਵੀ ਤੁਹਾਡੇ ਕੰਟਰੋਲ ਵਿੱਚ ਨਹੀਂ, ਉਹਨੂੰ ਕਿਵੇਂ ਮਾਪੋਗੇ ਵੀ ਕਿੱਥੋਂ ਤੱਕ ਪਹੁੰਚੇ ਹੋ ਤੇ ਕਿਧਰੋਂ ਸ਼ੁਰੂ ਕੀਤਾ ਤੇ ਕਿੱਥੇ ਮੁਕਾਇਆ। ਯਾਨੀ ਕਿ ਗੁਰੂ ਮਹਾਰਾਜ ਨੇ ਕੁਦਰਤ ਦੀ ਬੇਅੰਤਤਾਈ ਦਾ ਤੇ ਰੱਬੀ ਹੁਕਮ ਦੇ ਇਸ ਬੇਅੰਤ ਵਰਤਾਰੇ ਦਾ ਜੋ ਜ਼ਿਕਰ ਆਪਣੀ ਬਾਣੀ ਦੇ ਵਿੱਚ ਕੀਤਾ ਹੈ, ਉਹ ਅਥਾਹ ਹੈ, ਉਸ ਦੀ ਥਾਂ ਨਹੀਂ ਪਾਈ ਜਾ ਸਕਦੀ। ਇੱਕ ਹੋਰ ਬੜਾ ਪਿਆਰਾ ਸ਼ਬਦ ਜਪਜੀ ਸਾਹਿਬ ਦੀ ਬਾਣੀ 'ਚ ਆਉਂਦਾ ਹੈ, ਕੀਤੀ ਦਾਤ ਜਾਣੇ ਕੌਣ ਕੂਤ। ਕੂਤ ਦਾ ਅਰਥ ਹੁੰਦਾ ਹੈ ਅੰਦਾਜ਼ਾ। ਅੰਦਾਜ਼ੇ ਦਾ ਮਤਲਬ ਜਿਵੇਂ ਮੈਨੂੰ ਕੋਈ ਪੁੱਛੇ ਵੀ ਆ ਕਿੰਨਾ ਕੁ ਹੋਏਗਾ, ਹੁਣ ਤੁਸੀਂ ਗਿਣਿਆ ਨਹੀਂ, ਮਿਣਿਆ ਨਹੀਂ, ਤੁਸੀਂ ਅੰਦਾਜ਼ਾ ਲਾਓਗੇ ਵੀ ਅੰਦਾਜ਼ਨ ਇੰਨਾ ਕੁ ਹੋਏਗਾ। ਹੁਣ ਅੰਦਾਜ਼ਾ ਅਸੀਂ ਕਿਹੜੇ ਬੇਸ ਤੇ ਲਾਉਨੇ ਆ? ਜਿੰਨੀ ਕੁ ਸਾਡੇ ਕੋਲ ਗਿਣਤੀ ਮੌਜੂਦ ਹੁੰਦੀ ਹੈ ਉਹਦੇ ਬੇਸ ਉੱਤੇ ਅਸੀਂ ਅੰਦਾਜ਼ਾ ਲਾਉਂਦੇ ਹਾਂ। ਜਿੰਨੀ ਕੁ ਉਚਾਈ ਅਸੀਂ ਜਾਣਦੇ ਹਾਂ, ਜਿੰਨੀ ਕੁ ਮਿਣਤੀ ਦੇ ਮਾਪ ਸਾਡੇ ਕੋਲ ਹੁੰਦੇ ਨੇ, ਉਹਦੇ ਹਿਸਾਬ ਨਾਲ ਹੀ ਅਸੀਂ ਅੰਦਾਜ਼ਾ ਲਾਉਂਦੇ ਹਾਂ। ਜਿੰਨੀ ਕੁ ਕਿਸੇ ਚੀਜ਼ ਦੀ ਗਿਣਤੀ, ਮਿਣਤੀ, ਮਾਪ ਤੇ ਤੋਲ ਦੇ ਪੈਮਾਨੇ ਸਾਨੂੰ ਪਤਾ ਹੁੰਦੇ ਨੇ,
ਉਹਦੇ ਹਿਸਾਬ ਨਾਲ ਅਸੀਂ ਕਹਿੰਦੇ ਆ ਵੀ ਲੱਖ ਹੋਏਗਾ, 10 ਕਰੋੜ ਹੋਏਗਾ, 4 ਅਰਬ ਹੋਏਗਾ, ਇੰਨਾ ਅਸੰਖ ਹੋ ਸਕਦਾ ਹੈ। ਗੁਰੂ ਪਾਤਸ਼ਾਹ ਕਹਿੰਦੇ ਨੇ ਭਲਾ ਜਿੱਥੇ ਗਿਣਤੀ ਦੇ, ਮਿਣਤੀ ਦੇ, ਮਾਪ ਦੇ, ਤੋਲ ਦੇ ਪੈਮਾਨੇ ਹੀ ਨਾ ਰਹਿਣ, ਉੱਥੇ ਤੁਸੀਂ ਅੰਦਾਜ਼ਾ ਕਿਹੜੇ ਬੇਸ ਤੇ ਖੜਾ ਕਰੋਗੇ? ਗੌਰ ਕਰਨਾ, ਅੰਦਾਜ਼ੇ ਨੂੰ ਖਲੋਣ ਵਾਸਤੇ ਵੀ ਕੋਈ ਮਾਪ, ਤੋਲ ਤੇ ਗਿਣਤੀ, ਮਿਣਤੀ ਦਾ ਪੈਮਾਨਾ ਚਾਹੀਦਾ। ਜੇ ਉਹ ਵੀ ਕੱਢ ਦਿੱਤੇ ਜਾਣ ਤਾਂ ਕਾਹਦੇ ਬੇਸ ਉੱਤੇ ਅੰਦਾਜ਼ਾ ਲਾਇਆ ਜਾ ਸਕਦਾ? ਕਿਸੇ ਬੇਸ ਉੱਤੇ ਵੀ ਨਹੀਂ। ਜਾਨੀ ਕਿ ਜਿਹੜੇ ਸ਼ਬਦ ਨੇ, ਗਿਣਤੀ, ਮਿਣਤੀ, ਮਾਪ, ਤੋਲ ਦੇ ਜਿਹੜੇ ਪੈਮਾਨੇ ਨੇ, ਇਹ ਵੀ ਉੱਥੇ ਜਾ ਕੇ ਗੁਰੂ ਪਾਤਸ਼ਾਹ ਕਹਿੰਦੇ ਖਤਮ ਹੋ ਜਾਂਦੇ ਨੇ। ਪਰ ਸ਼ਬਦ ਇੱਕ ਬਾਣੀ ਦੇ ਵਿੱਚ ਹੋਰ ਬੜਾ ਪਿਆਰਾ ਜਪਜੀ ਸਾਹਿਬ ਚ ਵਰਤੇ, ਅਸੰਖ ਕਹੈ ਸਿਰ ਭਾਰ ਹੋਏ। ਕਹਿੰਦੇ ਅਸੰਖ ਦਾ ਮਤਲਬ ਹੁੰਦਾ ਅਣਗਿਣਤ, ਜੋ ਮੇਰੀ ਗਿਣਤੀ ਚ ਨਹੀਂ ਆ ਰਿਹਾ। ਦਰਅਸਲ ਕਹਿੰਦੇ ਅਸੰਖ ਸ਼ਬਦ ਵੀ ਤਾਂ ਉਹਦੀ ਬੇਅੰਤਤਾਈ ਨੂੰ ਬਿਆਨ ਕਰਦਿਆਂ ਬਹੁਤ ਛੋਟਾ ਹੈ। ਇਹ ਵੀ ਮੇਰੀ ਆਪਣੀ ਕਲਪਨਾ ਸ਼ਕਤੀ ਤੇ ਜ਼ੋਰ ਪਾ ਕੇ ਕੱਢਿਆ ਹੋਇਆ ਸ਼ਬਦ ਹੈ। ਇਹ ਵੀ ਆਪਣੇ ਆਪ ਉਤੇ ਅਜੇ ਇੱਕ ਬੋਝ ਜਿਹਾ, ਸਿਰ ਭਾਰ ਹੋਏ ਦਾ ਮਤਲਬ ਵੀ ਅਜੇ ਵੀ ਮੈਂ ਇੱਕ ਬੋਝ ਜਿਹਾ ਮਹਿਸੂਸ ਕਰਦਾ ਵੀ ਅਸੰਖ ਸ਼ਬਦ ਤੋਂ ਜੇ ਵੱਡਾ ਸ਼ਬਦ ਹੁੰਦਾ ਨਾ ਕੋਈ ਮੇਰੇ ਕੋਲ, ਉਹਦੀ ਬੇਅੰਤਤਾਈ ਨੂੰ ਬਿਆਨ ਕਰਨ ਵਾਸਤੇ ਤੇ ਮੈਂ ਉਹ ਵੀ ਵਰਤ ਲੈਂਦਾ। ਪਰ ਮੁਸ਼ਕਲ ਇਹ ਹੈ ਵੀ ਭਾਸ਼ਾ ਨੇ ਕਿਤੇ ਨਾ ਕਿਤੇ ਜਾ ਕੇ ਤੇ ਮੁੱਕਣਾ ਹੀ ਹੁੰਦਾ। ਮੇਰੇ ਕੋਲ ਇਹਦੋਂ ਅੱਗੇ ਸ਼ਬਦ ਕੋਈ ਨਹੀਂ, ਮੈਂ ਕੀ ਆਖਾਂ। ਜਿਵੇਂ ਇੱਕ ਹੋਰ ਨੁਕਤਾ ਤੁਹਾਡੇ ਨਾਲ ਸਾਂਝਾ ਕਰਦਾ, ਇਹ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ ਹੈ, ਬੜਾ ਪਿਆਰਾ। ਉਹ ਕਹਿੰਦੇ ਨੇ ਵੀ ਜਿਹੜਾ ਵਾਹ ਸ਼ਬਦ ਅਸੀਂ ਕਹਿੰਦੇ ਵਾਹ, ਵਾਹ ਨਾਮ ਅਚਰਜ ਕੋ ਹੋਈ, ਤਿਸ ਤੇ ਉਕਤ ਪਰੇ ਨਹਿ ਕੋਈ। ਕਿਸੇ ਚੀਜ਼ ਦੀ ਹੈਰਾਨੀ ਸਾਡੇ ਮਨ ਵਿੱਚ ਪੈਦਾ ਹੋਵੇ ਤੇ ਸਾਡਾ ਮਨ ਉਹਦੇ ਤੋਂ ਸਦਕੇ ਜਾਏ ਵੀ ਅਸੀਂ ਇੰਨੇ ਇੰਪ੍ਰੈਸ ਹਾਂ, ਇੰਨੇ ਪ੍ਰਭਾਵਿਤ ਹਾਂ ਅੰਦਰੋਂ, ਇੰਨੇ ਹੈਰਾਨ ਅੰਦਰੋਂ ਵੀ ਕੋਈ ਸ਼ਬਦ ਨਹੀਂ ਉਸ ਅੰਦਰ ਦੀ ਉਸ ਵਲਵਲੇ ਨੂੰ ਬਿਆਨ ਕਰਨ ਵਾਸਤੇ। ਬਸ ਵਾਹ ਕਹਿ ਕੇ ਹੀ ਸਾਨੂੰ ਸਾਰਨਾ ਪੈਂਦਾ ਹੈ। ਹੁਣ ਗੌਰ ਕਰਨਾ, ਕਿਸੇ ਚੀਜ਼ ਦੀ ਹੈਰਾਨੀ, ਉਸ ਚੀਜ਼ ਦਾ ਇੰਨਾ ਡੂੰਘਾ ਪ੍ਰਭਾਵ ਸਾਡੇ ਅੰਦਰ ਉਤਰ ਗਿਆ ਵੀ ਸਾਡੇ ਕੋਲ ਸ਼ਬਦ ਨਹੀਂ ਬਚੇ ਉਸ ਚੀਜ਼ ਨੂੰ ਬਿਆਨ ਕਰਨ ਦੇ। ਉਥੇ ਵਾਹ ਸ਼ਬਦ ਹੀ ਕੰਮ ਕਰਦਾ ਹੈ। ਯਾਨੀ ਕਿ ਤੁਹਾਡੀ ਵੇਦਨਾ ਨੂੰ, ਤੁਹਾਡੇ ਅੰਦਰ ਦੇ ਜਜ਼ਬਾਤ, ਭਾਵਨਾ ਨੂੰ, ਉਸ ਵੇਲੇ ਦੇ ਮਾਨਸਿਕ ਪੱਧਰ ਨੂੰ ਬਿਆਨ ਕਰਨ ਦਾ ਇਹੋ ਹੀ ਸ਼ਬਦ ਬਾਕੀ ਰਹਿ ਗਿਆ, ਹੋਰ ਕੋਈ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਕਿਹਾ ਗਿਆ, ਵਾਹ ਖਸਮ ਤੂੰ ਵਾਹ ਜਿਨ ਰਚ ਰਚਨਾ ਹਮ ਕੀਏ। हे ਮੇਰੇ ਖਸਮ, ਮੇਰੇ ਮਾਲਕ, ਵਾਹ ਤੂੰ ਕਿਹੋ ਜੀ ਸਾਡੀ ਰਚਨਾ ਰਚ ਦਿੱਤੀ ਹੈ। ਇੱਕ ਵਿਸਮਾਦ ਅਵਸਥਾ ਦਾ ਸ਼ਬਦ ਹੈ। ਬਾਣੀ 'ਚ ਅਸੀਂ ਪੜ੍ਹਦੇ ਹਾਂ ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀ, ਵਿਸਮਾਦ ਭੇਦ। ਹੁਣ ਅਰਥ ਤੇ ਦੌੜ ਭੱਜ ਕੇ ਹੋ ਹੀ ਜਾਣਗੇ, ਪਰ ਵਿਸਮਾਦ ਸ਼ਬਦ ਤੇ ਰੁਕ ਕੇ ਜੇ ਇਸ ਨੂੰ ਥੋੜਾ ਜਿਹਾ ਮਹਿਸੂਸ ਕਰਨ ਵਾਲੇ ਪਾਸੇ ਤੁਰੀਏ, ਅਰਥਕਾਰਾਂ ਨੇ ਲਿਖਿਆ ਜਿੱਥੇ ਹੈਰਾਨੀ ਤੇ ਪਿਆਰ ਦਾ ਜਜ਼ਬਾ ਇਕੱਠਾ ਰਲ ਜਾਏ, ਉਸ ਵਲਵਲੇ ਨੂੰ ਬਿਆਨ ਕਰਨ ਦੀ ਇੱਕੋ ਹੀ ਭਾਸ਼ਾ ਹੁੰਦੀ ਹੈ। ਉਸ ਚੀਜ਼ ਨੂੰ, ਅੰਦਰ ਦੀ ਭਾਵਨਾ ਨੂੰ ਜਿਹੜਾ ਨਾਂ ਦਿੱਤਾ ਜਾ ਸਕਦਾ ਹੈ, ਉਹ ਹੈ ਵਿਸਮਾਦ। ਤਾਂ ਮੇਰਾ ਕਹਿਣ ਦਾ ਭਾਵ ਇਹ ਸਾਰਾ ਕੁਝ ਇਹ ਹੈ ਵੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਅਕਾਲ ਪੁਰਖ ਦੇ ਭਾਣੇ ਨੂੰ, ਉਹਦੀ ਰਜ਼ਾ ਨੂੰ, ਉਹਦੀ ਵੱਡੀ ਕੁਦਰਤ ਨੂੰ ਬੇਅੰਤ ਅਥਾਹ ਆਖਿਆ, ਅੰਦਾਜ਼ਿਆਂ ਤੋਂ ਪਰੇ ਕਿਹਾ ਤੇ ਅਸੰਖਾਂ ਸ਼ਬਦਾਂ ਦੀ ਗਿਣਤੀ ਤੋਂ ਵੀ ਉਹਨੂੰ ਮੁਕਤ ਕੀਤਾ। ਇਹ ਹੁਣ ਸਤਿਗੁਰੂ ਦੀ ਬਾਣੀ ਦੇ ਵਿੱਚ ਬਾਰ-ਬਾਰ ਇਸ ਚੀਜ਼ ਨੂੰ ਬਿਆਨ ਕੀਤਾ ਗਿਆ। ਜਿਹੜਾ ਇਸ ਮੁਬਾਰਕ ਬਾਣੀ ਦੀ ਜੋ ਥੀਮ ਹੈ, ਜੋ ਮੁੱਖ ਧੁਰਾ ਹੈ ਸਦ ਬਾਣੀ ਦਾ, ਉਹ ਹੈ ਅਕਾਲ ਪੁਰਖ ਦਾ ਭਾਣਾ, ਉਹਦੀ ਰਜ਼ਾ, ਉਹਦਾ ਹੁਕਮ, ਜਿਹੜਾ ਸਾਡੇ ਜਨਮ ਉੱਤੇ ਵੀ ਵਾਪਰੇ, ਜਿਹੜਾ ਜਨਮ ਤੋਂ ਪਹਿਲਾਂ ਵੀ ਵਾਪਰ ਰਿਹਾ ਸੀ। ਸਾਡੇ ਸਾਰੇ ਜੀਵਨ 'ਚ ਭਾਣਾ ਤੇ ਰਜ਼ਾ ਵਾਪਰ ਰਹੀ ਹੈ ਤੇ ਸਾਡੀ ਮੌਤ, ਸਾਡਾ ਚੱਲਣਾ ਵੀ ਉਸੇ ਭਾਣੇ ਦਾ ਇੱਕ ਅਭਿੰਨ ਹਿੱਸਾ ਹੈ। ਆਮ ਤੌਰ ਤੇ ਕੀ ਹੁੰਦਾ ਹੈ ਵੀ ਅਸੀਂ ਕਿਸੇ ਮਨੁੱਖ ਦੇ ਚਲੇ ਜਾਣ ਨੂੰ, ਯਾਨੀ ਕਿ ਉਹਦਾ ਜਦੋਂ ਸਰੀਰਕ ਵਜੂਦ ਮਿਟਦਾ ਹੈ, ਉਹਨੂੰ ਅਸੀਂ ਕਹਿੰਦੇ ਜੀ ਰੱਬ ਦਾ ਹੁਕਮ ਵਰਤਿਆ, ਭਾਣਾ ਵਰਤਿਆ, ਰਜ਼ਾ ਹੋਈ। ਗੁਰੂ ਮਹਾਰਾਜ ਕਹਿੰਦੇ ਨੇ ਇਹ ਤਾਂ ਇੱਕ ਪਾਠ ਹੈ। ਪਰ ਜਦੋਂ ਸਾਡਾ ਜਨਮ ਹੋਇਆ, ਸਾਡੀ ਪੈਦਾਇਸ਼ ਹੋਈ ਸੀ ਨਾ, ਉਹ ਵੀ ਭਾਣੇ ਵਿੱਚ ਹੀ ਹੋਈ ਸੀ। ਆਮ ਤੌਰ ਤੇ ਭਾਣਾ ਸ਼ਬਦ ਕੁਝ ਇਸ ਢੰਗ ਦੇ ਨਾਲ ਅਸੀਂ ਇਹਨੂੰ ਪੇਸ਼ਕਾਰੀ ਇਹਦੀ ਕੀਤੀ ਹੈ ਵੀ ਇਹਦਾ ਸਬੰਧ ਆਮ ਤੌਰ ਤੇ ਹੀ ਵਰਤਿਆ ਜਾਂਦਾ ਹੈ ਵੀ ਬੰਦੇ ਦੇ ਮਰ ਜਾਣ ਨੂੰ ਅਸੀਂ ਕਹਿੰਦੇ ਭਾਣਾ ਹੋ ਗਿਆ। ਪਰ ਗੁਰੂ ਗ੍ਰੰਥ ਸਾਹਿਬ ਤਾਂ ਜਨਮ ਨੂੰ ਵੀ ਭਾਣਾ ਹੀ ਮੰਨਦੇ ਨੇ। ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ
ਜਾਏ। ਸਤਿਗੁਰੂ ਕਹਿੰਦੇ ਜੰਮਣਾ ਤੇ ਮਰਨਾ, ਜਗਤ ਵਿੱਚ ਆਉਣਾ ਯਾਨੀ ਕਿ ਵਜੂਦ ਦਾ ਪੈਦਾ ਹੋਣਾ, ਪ੍ਰਗਟ ਹੋਣਾ ਤੇ ਇਹਦਾ ਖਤਮ ਹੋ ਜਾਣਾ, ਇਹ ਵੀ ਹੁਕਮ ਤੇ ਭਾਣਾ ਹੀ ਹੈ। ਹੁਕਮ ਭਾਣੇ ਦਾ ਮਤਲਬ ਇੱਕੋ ਹੀ ਹੈ, ਨਿਯਮ। ਹੁਣ ਸਾਡਾ ਇਹ ਜੋ ਵਜੂਦ ਘੜਿਆ ਤੇ ਬਣਿਆ, ਇਹ ਵੀ ਇੱਕ ਪ੍ਰੋਸੈਸ ਵਿੱਚ ਹੀ ਬਣਿਆ ਨਾ, ਕੁਦਰਤੀ ਬਣਿਆ। ਇਹ ਚੱਲ ਰਿਹਾ, ਕੁਦਰਤ ਦੇ ਆਸਰੇ ਚੱਲ ਰਿਹਾ। ਇਹਨੇ ਜਦੋਂ ਮਿਟਣਾ ਤੇ ਉਦੋਂ ਵੀ ਕੁਦਰਤੀ ਮਿਟਣਾ। ਸਾਨੂੰ ਲੱਗਦਾ ਹੈ ਅਨਹੋਣੀ, ਵੈਸੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਤਾਂ ਇੱਥੋਂ ਤੱਕ ਕਹਿੰਦੇ ਨੇ, ਚਿੰਤਾ ਤਾ ਕੀ ਕੀਜੀਐ ਜੋ ਅਨਹੋਣੀ। ਅਨਹੋਣੀ ਦਾ ਮਤਲਬ ਹੁੰਦਾ ਵੀ ਜਿਹੜੀ ਹੋ ਨਹੀਂ ਸਕਦੀ ਪਰ ਹੋ ਗਈ। ਮਹਾਰਾਜ ਕਹਿੰਦੇ ਸਾਡੀ ਬੁੱਧ ਦੇ ਹਿਸਾਬ ਨਾਲ ਅਸੀਂ ਕਹਿੰਦੇ ਵੀ ਆ ਤਾਂ ਅਨਹੋਣੀ ਘਟਨਾ, ਪਰ ਮਹਾਰਾਜ ਕਹਿੰਦੇ ਤੁਸੀਂ ਕੁਦਰਤ ਦੇ ਨਜ਼ਰੀਏ ਨਾਲ ਵੇਖੋ, ਕੱਖ ਵੀ ਅਨਹੋਣਾ ਨਹੀਂ ਹੁੰਦਾ। ਸਾਡੀ ਬੁੱਧੀ ਜਿਹੜੀ ਗੱਲ ਨੂੰ ਸਵੀਕਾਰ ਨਹੀਂ ਕਰਦੀ, ਪ੍ਰਵਾਨ ਨਹੀਂ ਕਰਦੀ, ਅਸੀਂ ਕਹਿੰਦੇ ਆ ਤਾਂ ਅਨਹੋਣੀ ਹੋ ਗਈ, ਵੀ ਇਹ ਤਾਂ ਹੋ ਨਹੀਂ ਸੀ ਸਕਦਾ, ਕਿਵੇਂ ਵਾਪਰ ਗਿਆ। ਮਹਾਰਾਜ ਕਹਿੰਦੇ ਸਾਡੀ ਸਮਝ ਤੋਂ ਬਾਹਰ ਗੱਲ ਹੈ, ਪਰ ਕੁਦਰਤ ਦੇ ਹਿਸਾਬ ਨਾਲ ਤਾਂ ਕੱਖ ਵੀ ਅਨਹੋਣਾ ਨਹੀਂ। ਕੁਦਰਤ ਦੇ ਹਿਸਾਬ ਨਾਲ ਸਭ ਪੋਸੀਬਲ ਹੈ। ਉਥੇ ਜੋ ਕੁਝ ਵਾਪਰਿਆ ਕਿਆਸ ਤੋਂ ਬਾਹਰ ਹੈ, ਤੇ ਪਾਤਸ਼ਾਹ ਕਹਿੰਦੇ ਨੇ ਕਾਹਦੀ ਚਿੰਤਾ ਕਰਾਂ। ਚਿੰਤਾ ਤੇ ਉਹਦੀ ਕਰਾਂ ਨਾ ਵੀ ਜਿਹੜੀ ਨਾ ਵਾਪਰਨੀ ਹੋਵੇ ਤੇ ਫਿਰ ਵੀ ਵਾਪਰ ਗਈ ਹੈ। ਪਰ ਸਤਿਗੁਰੂ ਕਹਿੰਦੇ ਇਹ ਤਾਂ ਉਹਦੇ ਹੁਕਮ ਤੇ ਉਹਦੀ ਰਜ਼ਾ ਦੇ ਸਾਹਮਣੇ ਤਾਂ ਕੱਖ ਵੀ ਨਹੀਂ ਇਹ ਗੱਲਾਂ। ਉਥੇ ਤੇ ਸਭ ਹੋਣਹਾਰ ਹੀ, ਅਨਹੋਣਾ ਕੱਖ ਨਹੀਂ ਉਹਦੇ ਸਾਹਮਣੇ। ਜੋ ਮੈਂ ਨਹੀਂ ਕਰ ਸਕਦਾ, ਜੋ ਮੈਂ ਸੋਚਿਆ ਤੱਕ ਨਹੀਂ, ਮੇਰੇ ਲਈ ਉਹ ਅਨਹੋਣਾ ਹੈ, ਪਰ ਕੁਦਰਤ ਦੇ ਨਿਯਮ ਮੁਤਾਬਕ ਕੱਖ ਵੀ ਅਨਹੋਣਾ ਨਹੀਂ। ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ। ਥਿਰ ਦਾ ਮਤਲਬ ਹੁੰਦਾ ਹੈ ਜਿਹੋ ਜਿਹਾ ਕਿਸੇ ਚੀਜ਼ ਦਾ ਰੂਪ ਰੰਗ ਬਣਾਵਟ ਬਣਤਰ ਹੈ, ਉਹੋ ਜੀ ਸਦਾ ਕਾਇਮ ਰਵੇ, ਇਹ ਹੋ ਨਹੀਂ ਸਕਦਾ। ਕਿਉਂਕਿ ਕੁਦਰਤ ਦਾ ਇੱਕ ਨਿਯਮ ਹੈ, ਸੰਜੋਗ ਵਿਜੋਗ ਦੋਏ ਕਾਰ ਚਲਾਵੇਂ, ਲੇਖੇ ਆਵੇਂ ਭਾਗ। ਸੰਜੋਗ ਦਾ ਮਤਲਬ ਹੁੰਦਾ ਕੋਈ ਚੀਜ਼ਾਂ ਜੁੜਦੀਆਂ ਨੇ, ਉਹਨਾਂ ਦਾ ਰਿਲੇਸ਼ਨ ਬਣਦਾ। ਜਿਵੇਂ ਇੱਕ ਸੁਭਾਵਕ ਜੀ ਗੱਲ ਕਹਿੰਦਾ ਹਾਂ ਬਾਣੀ ਦੇ ਵਿੱਚੋਂ, ਸਾਡੀ ਇਹ ਬੋਡੀ, ਸਾਡਾ ਇਹ ਸਰੀਰ 5 ਤੱਤਾਂ ਦਾ, ਹਵਾ ਪਾਣੀ ਅੱਗ ਧਰਤੀ ਆਕਾਸ਼। ਆਕਾਸ਼ ਦਾ ਮਤਲਬ ਹੈ ਸਪੇਸ, ਧਰਤੀ ਦਾ ਮਤਲਬ ਮਟੀਰੀਅਲ, ਇਹ ਜੋ ਬੋਡੀ ਨੂੰ ਲੱਗਿਆ। ਹਵਾ ਹੈ, ਸਵਾਸ ਲੈਂਦੇ ਆ, ਪਾਣੀ ਹੈ, ਇਸ ਵਿੱਚ ਪਾਣੀ ਦੀ ਮਾਤਰਾ, ਪਾਣੀ ਤੋਂ ਸਿਰਜਿਆ ਗਿਆ। ਅਗਨੀ ਟੈਂਪਰੇਚਰ ਹੈ, ਯਾਨੀ ਕਿ 5 ਤਾਤੇ ਮੰਨੇ ਨੇ ਵੀ 5 ਤੱਤਾਂ ਦੀ ਇਹ ਘਾੜਤ ਹੈ। ਇਹਦੇ ਵਿੱਚ ਜੀਵੋ ਜਿੰਦ ਆਤਮਾ ਚੇਤਨਾ ਜੋ ਹੈ ਜਿਹੜੀ ਇਸ ਬਾਡੀ ਨੂੰ ਚਲਾ ਰਹੀ ਹੈ, ਸਪਿਟ ਤਾਕਤ, ਕੁਦਰਤੀ ਸੱਤਾ। ਹੁਣ ਇਹ ਰਿਲੇਸ਼ਨ, ਇਹਨਾਂ 5 ਤੱਤਾਂ ਦਾ ਆਪਸੀ ਰਿਲੇਸ਼ਨ ਬਣਿਆ ਤੇ ਸਰੀਰ ਦਾ ਵਜੂਦ ਖੜਾ ਹੈ। ਇਹਦੇ ਵਿੱਚ ਚੇਤਨਾ ਜੋਤ ਸਪਿਟ ਕੰਮ ਕਰ ਰਹੀ ਤੇ ਜੀਵਨ ਦਾ ਵਜੂਦ ਬਣ ਕੇ ਸਾਹਮਣੇ ਖੜਾ ਹੈ। ਅਸੀਂ ਹਰਕਤ ਵਿੱਚ ਆ, ਕਿਰਿਆ ਕਰਦੇ ਹਾਂ, ਗਤੀਸ਼ੀਲ ਆ। ਮੌਤ ਕਿਹਨੂੰ ਕਹਿੰਦੇ ਨੇ? ਸੰਜੋਗ। ਇਹ ਤਾਂ ਹੋ ਗਿਆ ਸੰਜੋਗ, ਮਿਲਾਪ। ਵਿਜੋਗ, ਜਦੋਂ ਇਹ ਰਿਲੇਸ਼ਨ ਟੁੱਟੇਗਾ ਬੋਡੀ ਦਾ ਅੰਦਰ ਦੀ ਚੇਤਨਾ ਨਾਲੋਂ, ਬੋਡੀ ਦੇ 5 ਤੱਤ ਬਿਖਰ ਜਾਣਗੇ, ਇਹਨੂੰ ਕਿਹਾ ਵਿਜੋਗ। ਕੁਦਰਤ ਵਿੱਚ ਕੋਈ ਵੀ ਚੀਜ਼ ਦਾ ਸਰੂਪ ਬਣ ਕੇ ਸਾਹਮਣੇ ਆਉਂਦਾ ਹੈ ਤੇ ਉਹ ਕਿਸੇ ਚੀਜ਼ ਦੇ ਰਿਲੇਸ਼ਨ ਤੋਂ ਬਣਦਾ ਹੈ। ਜਨਮ ਹੋਇਆ, ਮਾਤ ਪਿਤਾ ਸੰਜੋਗ ਉਪਾਏ, ਰਕਤ ਬਿੰਦ ਮਿਲ ਪਿੰਡ ਕਰੇ, ਤੋ ਇਵੇਂ ਵਜੂਦ ਬਣ ਕੇ ਸਾਹਮਣੇ ਆਇਆ। ਜਦੋਂ ਇਹਦਾ ਆਪਸੀ ਜੋੜ ਤੋੜ ਅੰਦਰੋਂ ਟੁੱਟਦਾ ਹੈ, ਵਿਜੋਗ ਵਿਛੋੜਾ। ਦੋਵੇਂ ਹੀ ਰੂਲ ਲਗਾਤਾਰ ਸਾਰੀ ਕੁਦਰਤ ਵਿੱਚ ਕੰਮ ਕਰ ਰਹੇ ਨੇ, ਸਾਰੀ ਕਾਇਨਾਤ ਦੇ ਵਿੱਚ, ਸਾਰੀ ਨੇਚਰ ਦੇ ਵਿੱਚ ਇਹ ਦੋਵੇਂ ਨਿਯਮ ਲਗਾਤਾਰ ਹਰਕਤ ਵਿੱਚ ਨੇ। ਸੰਜੋਗ ਵਿਜੋਗ ਦੋਏ ਕਾਰ ਚਲਾਵੇਂ, ਲੇਖੇ ਆਵੇਂ ਭਾਗ। ਉਪਜ ਰਿਹਾ ਜਿਹੜੀ ਚੀਜ਼ ਕੋਈ ਬਣ ਕੇ ਕ੍ਰੀਏਟ ਹੋ ਕੇ ਸਾਹਮਣੇ ਆ ਰਹੀ, ਉਹ ਕੁਝ ਚੀਜ਼ਾਂ ਦੇ ਰਿਲੇਸ਼ਨ ਤੋਂ ਆ ਰਹੀ ਹੈ, ਤੇ ਜਦੋਂ ਉਹ ਖਤਮ ਹੁੰਦੀ ਹੈ ਤੇ ਉਹ ਰਿਲੇਸ਼ਨ ਟੁੱਟਦਾ ਹੈ ਤੇ ਖਤਮ ਹੋ ਜਾਂਦੀ ਹੈ। ਇਵੇਂ ਸੰਜੋਗ ਤੇ ਵਿਜੋਗ ਦਾ, ਜਨਮ ਤੇ ਮੌਤ ਦਾ, ਪੈਦਾਇਸ਼ ਤੇ ਨਾਸ਼ ਹੋਣ ਦਾ, ਇਹ ਲਗਾਤਾਰ ਚੱਕਰ ਚੱਲਦਾ ਜਾ ਰਿਹਾ ਸਾਰੀ ਕੁਦਰਤ ਦੇ ਅੰਦਰ। ਹੁਣ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮੁਬਾਰਕ ਬਾਣੀ ਤਾਂ ਹੀ ਇਸ ਨੂੰ ਹੁਕਮ ਭਾਣਾ ਤੇ ਰਜ਼ਾ ਕਹਿੰਦੀ ਹੈ। ਬਾਬਾ ਸੁੰਦਰ ਜੀ ਨੇ ਇਸ ਦੂਸਰੇ ਬੰਦ ਦੇ ਵਿੱਚ, ਜੋ ਸਦ ਬਾਣੀ ਦਾ ਦੂਸਰਾ ਬੰਦ ਹੈ, ਉਸ ਵਿੱਚ ਉਹ ਬੜਾ ਪਿਆਰਾ ਸ਼ਬਦ ਵਰਤੇ ਨੇ, ਕਹਿੰਦੇ ਹਰ ਭਾਣਾ ਗੁਰ ਭਾਇਆ। ਗੁਰੂ ਨੂੰ, ਭਾਵ ਗੁਰੂ ਅਮਰਦਾਸ ਮਹਾਰਾਜ ਨੂੰ ਅਕਾਲ ਪੁਰਖ ਦਾ ਜਿਹੜਾ ਭਾਣਾ ਹੈ, ਜਿਹੜੀ ਰਜ਼ਾ ਹੈ, ਉਹ ਚੰਗੀ ਲੱਗਦੀ ਹੈ। ਗੁਰੂ ਦਾ ਕਰਮ ਕੀ ਹੈ? ਗੁਰੂ ਆਪ ਰੱਬ ਦੀ ਰਜ਼ਾ 'ਚ ਰਾਜ਼ੀ ਹੈ ਤੇ ਸਿੱਖ ਨੂੰ ਉਸ ਰਜ਼ਾ ਦੇ ਵਿੱਚ ਚੱਲਣ ਦੀ ਸੋਝੀ ਦਿੰਦਾ ਹੈ। ਉਸ ਰਜ਼ਾ ਦੇ ਅਨੁਕੂਲ ਉਹਦਾ ਜੀਵਨ। ਗੁਰੂ ਐਸਾ ਨਾ ਕੁਝ ਕਰਦਾ ਹੈ ਤੇ ਨਾ ਕਰਨ ਦਾ ਦਾਅਵਾ ਕਰਦਾ ਹੈ ਜਿਹੜਾ ਅਕਾਲ ਪੁਰਖ ਦੀ ਰਜ਼ਾ ਤੋਂ ਪਰੇ ਦੀ ਗੱਲ ਹੋਵੇ। ਗੌਰ ਕਰਨਾ,
गुरु ਉਹੀ ਕਹਿੰਦਾ ਹੈ जो ਉਹਦੀ रजा ਦੇ ਮੁਤਾਬਕ है। सतगुर आखै, बाबा सता जी ते सुंदर जी, खिमा करना, सता जी ते बलवंड जी रामकली राग दी वार विच कहंदे ने, सतगुर आखै, सतगुरु ਉਹ ਕਹਿੰਦਾ है सच्चा करे जो वाहिगुरु करदा है। भाव जो कादर दा सिरजनहार दा भाणा है, रजा है, गुरु कहंदा ही वो है। सा बात होवे दरहाली, और गुरु दी कई गल उसे वेले हो जाती है, वापर जाती। क्यों वापर जाती है? क्योंकि गुरु दा कहना रजा तो परे नहीं, गुरु ने सच रियलिटी कह दी, ओह कुछ वापर गया। हुण इहदा भाव है भी गुरु अकाल पुरख दे भाणे विच एक सुर है, गुरु अकाल पुरख दे भाणे विच पूरी तरह नाल भिजिया पिया। गुरु अकाल पुरख दे भाणे नूं खुद फॉलो करदा है ते सिख नूं फॉलो करन वास्ते तैयार करदा है। गुरु अपनी संगत राही सिख दी सुरत नूं उचिया करके रब्बी रजा नाल जोड़दा है। इसे करके पहला प्रश्न ये उठाया सी, किम सचियारा होई है, किम कूड़े टुटै पहाड़, ते इहदा आंसर, इहदा उत्तर ये दिता, हुक्म रजाई चलना नानक लिखिया नाल। सतगुरु खुद एक्सैप्ट करते हैं बाणी दे अंदर। पंचम पातशाह जी का शब्द आपां पढ़ते हैं, कोई बोले राम राम, कोई खुदाए, कोई सेवा गुसाइया, कोई अल्लाह, कारण करण करीम, कृपा तार रहीम। सारे कर्मां का जिक्र किया। असीं आम तौर पर पहली पंक्ति ते रुक जाने जी, कोई राम राम कहे, कोई अल्लाह अल्लाह कहे, की फर्क पैंदा है? फर्क कोई नहीं पैंदा। पर असल जिहड़ा मुख भाव है ना इस शब्द दा, रहाओ दा बंद ते अखीरला बंद है। कारण करण करीम, किरपा धार रहीम। तो फिर अखीरली पंक्ति, कहो नानक जिन हुक्म पछाता, प्रभ साहिब का तीन भेद। गुरु साहब कहते राम कह लो, अल्लाह कह लो, खुदा कह लो, भगवान कह लो, इन्हां चीजां नाल भी कोई फर्क नहीं पैना जिन्ना चेर कहो नानक जिन हुक्म पछाता, प्रभ साहिब का तीन भेद जाता। जे ਉਹਦੇ हुक्म ਨੂੰ ਪਛਾਣਿਆ ਤੇ ਭੇਦ ਉਹਦਾ ਤਾਂ ਸਮਝ ਵਿੱਚ ਜਾਏਗਾ। ਕੱਲਾ ਰਾਮ ਕਹਿਣ ਨਾਲ ਭੇਦ ਨਹੀਂ ਖੁੱਲ ਸਕਦਾ। ਮੁਖੋਂ ਹਰ ਹਰ ਸਭ ਕੋ ਕਹੇ, ਵਿਰਲੇ ਹਿਰਦੇ ਵਸਾਇਆ। राम राम करता सब जग फिरे, राम ना पाया जाए। अगम अगोचर अत वड्डा अतुल ना तुलिया जाए। सतगुरु कहते ने प्रभ साहिब का तीन भेद जाता। भेद का मतलब है उस करते दी रजा नूं, भाणे नूं जान के, गुरु दे उपदेश ते मत राही उहनूं एक्सेप्ट करके उस वड्डी वडियाई दा भेद बंदा जान लैंदा है। कोई जरूरी नहीं भेद बयान भी किए जा सकन, वो बयान तो बाहर हुंदे ने। खैर जो मैं बेनती यह की है कि बाबा सुंदर जी इस जगह ते कहंदे ने भी गुरु नूं अकाल पुरख दा भाणा उहदी रजा चंगी लगदी है। जो गुरु अर्जन साहब ने भी जिवें बाणी च फरमाया भी नारायण नरपत नमस्कार है, सारे संसार दे परम ताकत, सारियां दा मालक, उन्होंने मेरी नमस्कार है। ते ऐसे गुरु तो मैं सदके भी जांदा हां। ऐसे गुर को बल बल जाइए आप मुकत मोह तारै। मुकत तो इस करके भी वो भाणे दे विच बैठा है ते मैनू तारण दी ताकत उहदे विच इह है भी वो मैनू उस भाणे नूं मंजूर करन, कबूल करन ते जीण दी सोझी ते घाड़त मेरी घड़ दिंदा है। ये गुरु दी वड्डी वडियाई है। हुण सतगुरु आखदे ने गुर जावै हर प्रभ पास जियो। इस भाणे नूं मन करके गुरु हरि दे कोल जा रहा है। ये हुण एक मुहावरा वाचक शब्द है। इहदे उत्ते कुछ क्वेश्चन भी ने, सवाल भी ने। जदों इस बाणी नूं विचारदे गए तो बाणी नूं विचारदियां विचारदियां एक प्रश्न आया भी इत्थे बाबा सुंदर जी ने गुरु अमरदास महाराज दे जोती जोत समाउण नूं रब कोल जाना क्यों कहा? कि बंदा जिस वेले आखिरी समा आउंदा कि उदों ही रब कोल जांदा है, पहलों रब तो दूर हुंदा है? नहीं। एक साडी भाषा दे विच कुछ चीज़ां ने जिन्हां नूं आपां समझ, जिवें किसी बंदे दे सवास मुक जाण ते आपां उहनूं एक शब्द देने जी पूरा हो गया, कि पहलों अधूरा सी, साह निकलण ते बंदा पूरा हुंदा है? नहीं। एक साडी भाषा का एक शब्द है भी असी मौत शब्द वरतन की बजाय पूरा शब्द वरतते हैं। मौत शब्द थोड़ा जिहा मन नूं बेचैन कर दिंदा है। उहो जे मौके दे उत्ते असी ये नहीं कहिंदे मर गया, क्योंकि माहौल ते समय के मुताबिक जां उस खबर के मुताबिक असी शब्द वरते पूरा हो गया। जानी कि शब्द सीधा मन नूं जाके कोई तकलीफ ना देवे।
उस शब्द नूं असीं मिठे जे ढंग दे नाल कह दिता। जिवें साडे खालसाई बोलियां च एक शब्द आउंदा है भी चलाना कर गया, चाले पा गया, हुक्म सत हो गया ते मर गया। हुण मर गया शब्द नूं ते चलाना कर गया, चाले पा गया, हुक्म सत हो गया, इन्हां शब्दां दे विच एक मानसिक अंतर है। गल इक्के टॉपिक बारे ही हो रही है, शब्द सारे एक ही चीज के सूचक ने भी वजूद मिट गया, पर शब्द अपने आप विच एक मानसिक प्रभाव दिंदा है। धन गुरु ग्रंथ साहब की बाणी च बड़े एक मुहावरा मैं साझा करदा, हर नाम ना सिमरै साध संग तैं तन उड्डे खे। कि जिहड़े अकाल पुरख का नाम नहीं जपदे उन्हां दे तन दी शरीर की खे उड़दी है। हुण जिहड़े जपदे ने कि उन्हां दा शरीर मिट्टी नहीं होना, जे असीं दूजे पक्ष नूं सोचीए होना ते है। जब जरिए तब होए भस्म तन रहे किरमदल खाई, काची गागर नीर परत हया तन की यह वड्डाई। शरीर की तां इत्थों तक ही प्रक्रिया, जां इहनूं मिट्टी च दबोगे कीड़े खाणगे उदों भी मिट्टी होना इसने, जे इहनूं साड़ोगे तद भी इसने सुआह बन के मिट्टी च खाक च ही रलना है। भावें वह नाम जपे बंदा चाहे ना जपे, यानी कि सच्चा होवे जां झूठा होवे, अखीर शरीर की गत इक्को जही है। पर इत्थे वो गल नहीं हो रही, इत्थे मुहावरावाचक शब्द है भी जिवें असीं किसी मनुख नूं कहने भी तू जो अपनी नज़र विच मर्जी होवे, मेरे लिए अज तो बाद तू मिट्टी है, यानी कि मेरे सामने तेरी कोई पाया नहीं, तेरे वजूद का मेरे सामने कोई मतलब नहीं रह गया। उत्थे महाराज कहते हर नाम ना सिमरै साध संग तैं तन उड्डै, तै तन उड्डै खे। हुण इस तरह का भाव है उस जगह ते, यानी कि भाषा है, भाषा दे विच मुहावरे भी आउणे ने, भाषा च उदाहरण भी आउणी है, भाषा च शब्दां दा प्रयोग भी उसे ढंग नाल कीता जांदा है जिहो जी गल कहण दा कोई ढंग जां जिहो जी भावना की गल करनी होवे। तो कई बार इन्हां शब्दां दे उत्ते आके प्रश्न खड़ा हो गया भी की गुरु अमरदास महाराज जिस वेले चलाना कर रहे हैं उदों रब कोल जा रहे हैं, पहलों रब तो दूर सन? नहीं, ऐसी गल नहीं। पर उन्हां दे जोती जोत, हुण वेखो शरीर का वजूद मिटदा है, जे कोई अनजान बंदा गुरु साहिबां बारे शब्द वरतेगा तो वह मर गया शब्द ही वरतेगा, डेथ। पर असी गुरु पातशाह बारे शब्द नहीं वरतते, असी शब्द की वरते हैं ज्योति जोत समा जाना। हुण भाव उही है, पर एक रिस्पैक्टेड शब्द है भी जन साधारण नालों अपने गुरु पातशाह जी दे आखिरी वक्त नूं असी थोड़ा जिहा निखेड़ के एक रिस्पैक्टेड शब्द उन्हां वास्ते वरतिया, वो सी ज्योति जोत समा जाना। हुण इसे भाव दे विच इत्थे शब्द जिहड़ा है बाबा सुंदर जी ने वरते, भट्टा ने एक शब्द वरत्या सो कवन कहे श्री गुर मोयो। मोयो कौन कहंदे भी गुरु पातशाह जी खत्म हो गए हैं। हुण उत्थे जदों उस वईए दा आपां अर्थ करांगे, खैर गुर जावै हर प्रभ पास जियो। धन गुरु अमरदास महाराज दा अपना वजूद अकाल पुरख विच अभेद हो रहा है, यानी कि उन्हां दी ये शरीरक वजूद जिहड़ा ये भी मिट रहा है, क्योंकि गुरु ने सारी उम्र भाणे नूं ही मन्निया ते हुण भी गुरु भाणे नूं एक्सेप्ट करदा है। सतगुर करे हर पै बेनती मेरी पैज रखो अरदास जियो। ते सतगुरु सारी जिंदगी गुरु अमरदास महाराज ने हर पै बेनती की। बेनती की सी, हे अकाल पुरख जी मेरी इको ही अरदास तुहाडे दर ते है, मेरी पैज रखना। असीं आम तौर पर यह अरदास आखिरी वक्त उत्ते करते हैं, महाराज इहदी लज रखनी, जिंदगी च कोई नहीं करता मेरी पत रखनी। सतगुरु ने सारी उम्र भाणे नूं मन्निया ते हुण गुरु आखिरी समय दे विच अपना वजूद कुदरत विच वलीन कर रहा है। ते सतगुरु धन गुरु अमरदास महाराज ने सारी हयाती सारी जिंदगी कोई अरदास की, हे मेरे अकाल पुरख जी मेरी इज्जत रखो, मैं किते जीवन दे इस पैंडे विच थिड़क ना जावां, मैं जीवन दे इस पैंडे दे विच किधरे तुहाडे हुक्म नूं भुला ना दियां, तुहाडा हुक्म वरतदा होया महसूस हुंदा रवे, ये मेरी अरदास है, ये मेरी बेनती है। पैज राखो हर जनह केरी हर देहो नाम निरंजनो। ते सतगुरु अमरदास महाराज ने सारा जीवन यही बिनय की अकाल पुरख दे दर, यही मंग मंगी अपने प्यारियां दी ਜਿਹੜੇ ਤੁਹਾਡੀ याद विच जुड़ते ने उन्हां जनां दी पैज रखो। हे मेरे निरंजन माया दे प्रभाव तो परे दूर रहण वाले, हे अकाल पुरख प्रभु जी अपना नाम
ਆਪਣੀ ਹੋਂਦ ਦਾ ਅਹਿਸਾਸ, ਆਪਣੇ ਹੁਕਮ ਦੀ ਸੋਝੀ, ਆਪਣੇ ਗੁਣਾਂ ਦਾ ਦਾਨ, ਆਪਣੀ ਬੰਦਗੀ ਤੇ ਇਬਾਦਤ ਦੀ ਦਾਤ ਮੈਨੂੰ ਬਖਸ਼ਿਸ਼ ਕਰੋ। ਅੰਤ ਚੱਲਦਿਆਂ ਹੋਏ ਬੇਲੀ, ਜਮਦੂਤ ਕਾਲ ਨਿਖੰਜਨੋ। ਅੰਤ ਦਾ ਮਤਲਬ ਹੈ ਅਖੀਰ, ਓੜਕ ਨੂੰ। ਚੱਲਦਿਆਂ, ਬਾਣੀ ਦਾ ਇੱਕ ਸ਼ਬਦ ਆਉਂਦਾ ਹੈ, ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ। ਜ਼ਿੰਦਗੀ ਦੇ ਸਫ਼ਰ ਵਿੱਚ ਵੀ, ਆਖਰੀ ਵਕਤ ਵੇਲੇ ਵੀ। ਤੋ ਸਤਿਗੁਰੂ ਕਹਿੰਦੇ ਨੇ ਚੱਲਦਿਆਂ ਹੋਏ ਉਹ ਮੇਰਾ ਸਦਾ ਹੀ ਬੇਲੀ ਰਵੇ, ਜੀਵਨ ਦੇ ਪੈਂਡੇ ਤੇ ਚੱਲਦਿਆਂ ਵੀ, ਆਖਰੀ ਵਕਤ ਤੱਕ ਮੇਰਾ ਉਹ ਸਾਥ ਦੇਵੇ। ਜਮਦੂਤ ਵਿਸ਼ੇ ਵਿਕਾਰਾਂ